ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾਂ। ਪਿੰਗੁਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ। ਅੰਧੁਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪੁਨੀਤਾ। ਪਿੰਗੁਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ। ਅੰਧੁਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪੁਨੀਤਾ। महिमा साधु संग की, सुनहो मेरे मीता। मैल खोई कोट अघहरे, निर्मल पहे चीता। रहा ऐसी भगत गोविंद की, कीट हस्ती जीता। जो जो कीनो आपनो, तिस अभय दान दीता। सिंह बिलाई होए गयो, तृण मेहर दिखेता। श्रम करते दम आड को, ते गनी तनीता। कवन वडाई कह सको, बेअंत गुनीता। कर कृपा मोह नाम दे, नानक दर सरीता। कवन वडाई कह सको, बेअंत गुनीता। कर कृपा मोह नाम दे, नानक दर सरीता। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी दी अपरपार बख्शिश। शाम समय संगत दियां कड़ियां असी प्राप्त कीतियां ने। गुरबाणी व्याख्यान विच बिलावल राग के बचन विचार गोचरे ने। गुरु अर्जन पातशाह जी का पावन संदेश सानू प्राप्त हो रहा है। इस पावन बचन की व्याख्या हमेशा की तरह राहाओ के पदे तो असीं प्रारंभ कर रहे हाँ। गुरुदेव जो जिक्र कर रहे ने, महिमा साधु संग की, सुनहो मेरे मीता। मैल खोई कोट अघहरे, निर्मल पै चीता। रहाओ महिमा साधु संग की, सुनो मेरे मीता। सिंपल ट्रांसलेशन तो यही है कि है मेरे मित्र, है मेरे दोस्त, है मेरे सजन, है मेरे सखा। आ मैं तेनों सतसंगत दी, साधु संग दी महिमा दसा। ये सिंपल ट्रांसलेशन है दी। हुण इहदे च यह है कि क्योंकि जिस संसार में अज असीं रह रहे हैं, इहदे च बंदा इंटलैक्चुअल तो बहुत हो चुका है, पर इस तरीके नाल कहा जाए कि वो इंटैलीजेंट नहीं हो पा रहा। देयर इज़ अ बिग डिफरेंस बिटवीन इन बोथ साइड्स। क्योंकि चीज़ां चलानियां आले दुआले तकनीकी परिपेख विच काफ़ी कुछ होना बंदे दी ईगो नूं बूस्ट करदा है। इस सारे दे नाल असीं एक ऐसी सुपरफिशियल अंडरस्टैंडिंग चले जाने हाँ कि सब कासे नूं असीं अपने तरीके नाल, जिहनूं असीं वर्ल्डली अप्रोच कह लईए, उहदे नाल असीं फिक्स कर लवांगे। सो इस अप्रोच दे विच बंदा
ਡੇ ਬਾਈ ਡੇ ਜ਼ਿਆਦਾ ਇਨਕਲੂਡ ਹੋਈ ਜਾ ਰਿਹਾ ਹੈ, ਜਿਸ ਦੇ ਵਿੱਚੋਂ ਇਹ ਆਪਣੇ ਆਪ ਨੂੰ ਐਕਸਕਲੂਡ ਕਰ ਰਿਹਾ ਹੈ, ਬਾਹਰ ਕੱਢ ਰਿਹਾ ਹੈ, ਉਹ ਯੂਨੀਵਰਸਲ ਅਪਰੋਚ ਹੈ। ਇਹ ਸਾਰਾ ਸ਼ਬਦ ਉਹਦੀ ਗੱਲ ਕਰਦਾ ਹੈ, ਹਾਲਾਂਕਿ ਇੱਕ ਡਿਫਰੈਂਟ ਐਂਗਲ ਤੋਂ, ਕਿਉਂਕਿ ਅਗੇਨ everything is coming sensible, or you can say make sense, when we go with good presentations. ਜਿਨ੍ਹਾਂ ਨੇ ਪ੍ਰੈਜੈਂਟੇਸ਼ਨ ਦੇਣੀ ਸ਼ੁਰੂ ਕਰ ਦਿੱਤੀ, ਆਪਣੀ ਪ੍ਰੋਡਕਟ ਦੀ ਪੈਕਿੰਗ ਪ੍ਰੋਪਰਲੀ ਕੀਤੀ, ਉਹ ਅੱਜ ਐਨਰਜੀ ਹੀਲਰਸ ਹੋਣ, ਅੱਜ ਉਹ ਖਾਸ ਕਰਕੇ ਹੋਲਿਸਟਿਕ ਹੀਲਿੰਗ ਪ੍ਰੋਗਰਾਮਸ ਵਾਲੇ ਹੋਣ, people are buying their products. People are going toward that side. ਰੀਜ਼ਨ ਇਹ ਹੈ ਕਿ ਉਹਨਾਂ ਦੀ ਪ੍ਰੈਜੈਂਟੇਸ਼ਨ ਲੋਕਾਂ ਨੂੰ ਅਪੀਲ ਕਰ ਰਹੀ ਹੈ। ਤੇ ਜੇ ਦੇਖਿਆ ਜਾਏ ਤੇ ਉਹ ਵੀ ਕਿਸੇ ਯੂਨੀਵਰਸਲ ਲਾ ਦੀ ਗੱਲ ਕਰਦੇ ਨੇ, ਜਿਹੜੀ ਸਾਡੀ ਹਿਊਮਨ ਅਪਰੋਚ ਆ, ਮੋਸਟਲੀ ਜਿੱਥੇ ਅਸੀਂ ਜਾ ਕੇ ਫੇਲ ਹੁੰਦੇ ਹਾਂ, ਜਿੱਥੇ ਅਸੀਂ ਜਾ ਕੇ ਉਹੋ ਜਿਹੇ ਰਿਜ਼ਲਟ ਨਹੀਂ ਦੇਖ ਪਾਉਂਦੇ, ਉਹ ਕਹਿੰਦੇ ਨੇ ਕਿਉਂਕਿ ਤੁਸੀਂ ਕਿਉਂ ਨਹੀਂ ਇਹ ਕੰਮ ਕਰਦੇ, ਅਲਟਰਨੇਟਿਵਸ ਦੇਖ ਲਓ ਇਹਦੇ। ਇਹਨਾਂ ਅਲਟਰਨੇਟਿਵਸ ਦੇ ਤੌਰ 'ਤੇ ਫਿਰ ਉਹ ਸਪਿਰਿਚੁਅਲਿਟੀ ਦੀ ਵੀ ਗੱਲ ਕਰ ਲੈਂਦੇ ਨੇ, ਫਿਰ ਸਮ ਸੋਰਟ ਆਫ ਅਦਰ ਕੰਪੋਨੈਂਟਸ ਨੂੰ ਵੀ ਇਨਵੋਲਵ ਕਰ ਲੈਂਦੇ ਨੇ, ਜਿਹੜੇ ਨੈਚੁਰਲ ਲਾ ਨੇ ਉਹਨਾਂ 'ਚ ਆ ਜਾਓ, ਨੇਚਰ ਨੂੰ ਸਮਝੋ, ਨੇਚਰ ਕਿਉਰਿੰਗ ਸਿਸਟਮ 'ਚ ਆ ਜਾਓ। ਇਹ ਸਾਰੀ ਬਾਤ ਹੁੰਦੀ ਹੈ। ਗੁਰਬਾਣੀ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਬਹੁਤ ਕਮਾਲ ਦਾ ਬੈਲੈਂਸਡ ਪੈਕੇਜ ਲੈ ਕੇ ਆਈ ਸੀ, ਅਤੇ ਉਹਦਾ ਅਸੀਂ ਧਰਤੀ 'ਤੇ ਫਲ ਵੀ ਬੜਾ ਵੱਡਾ ਵੇਖਿਆ। ਮੈਨੂੰ ਇਸ ਤਰ੍ਹਾਂ ਵੀ ਬਿਆਨ ਕਰਾਂ, ਜਿਵੇਂ ਆਪਾਂ ਅੱਜ ਸਵੇਰੇ ਹੀ ਬੜੀ ਲੰਮੀ ਚੌੜੀ ਦੀ ਬਾਤ ਹੋ ਰਹੀ ਸੀ ਕਿ ਇਹਦੇ 'ਚ ਹੀ ਨੈਕਸਟ ਪੰਨੇ ਦੇ ਉੱਤੇ ਸ਼ਬਦ ਆ ਰਿਹਾ, ਜੀਤ ਸਾਹਿਬ ਮਹਾਰਾਜ ਮਾਇਆਵੀ ਪ੍ਰਾਪਤੀਆਂ ਦੀ ਗੱਲ ਕਰਨਗੇ ਕਿ ਭਾਈ ਜਿਹੜਾ ਆ ਸੰਤ ਜਨਾਂ ਕਾ ਛੋਹਰਾ, ਮਤਲਬ ਆਪਣੇ ਆਪ ਨੂੰ ਸੰਤ ਜਨਾਂ ਦਾ ਗੁਲਾਮ ਬਣਾਉਣ ਵਾਸਤੇ ਤਿਆਰ ਹਾਂ, ਅਤੇ ਜਿਹੜੇ ਛਤਰਪਤੀ ਰਾਜੇ ਨੇ ਉਹ ਬਣਨ ਤੋਂ ਵੀ ਪਰਹੇਜ਼ਗਾਰੀਅਤ ਹੋ ਜਾਏ। ਸੋ ਇੱਕ ਬੰਦਾ ਅੱਜ ਦੇ ਸੰਸਾਰ ਵਿੱਚ ਰਹਿਣ ਵਾਲਾ ਕਹੇਗਾ ਇੱਕ ਬੜੀ ਅਟਪਟੀ ਜਿਹੀ ਗੱਲ ਆ, ਅਮੀਰੀ ਕਿਹਨੂੰ ਨਹੀਂ ਅਪੀਲ ਕਰਦੀ, ਕਿਸ ਨੂੰ ਸ਼ੋਹਰਤ, ਕਿਸ ਨੂੰ ਪਾਵਰ, ਖਾਸ ਕਰਕੇ ਜਿਹਨੂੰ ਕਹਿ ਲਓ ਕਿ ਸ਼ਕਤੀ, ਸਰਵਸਵ ਸੱਤਾ, ਇਹ ਕਿਹਨੂੰ ਨਹੀਂ ਅਪੀਲ ਕਰਦੀ। ਹਰ ਬੰਦਾ ਇਹਦੇ ਮਗਰ ਭੱਜ ਰਿਹਾ, ਪਰ ਡੀਪ ਲੈਵਲ 'ਤੇ ਜਿਹੜੀ ਬਾਣੀ ਦੀ ਬਾਤ ਹੋ ਰਹੀ ਹੈ, ਉਹ ਹੋ ਰਹੀ ਹੈ ਵੀ ਐਟ ਵਟ ਕਾਸਟ। ਗੱਲ ਤਾਂ ਇੰਨੀ ਕਿਹਾ, ਜਿਵੇਂ ਸਪੋਜ਼ ਕਰੋ ਮੈਂ ਅੱਜ ਕੱਲ੍ਹ ਯੰਗ ਬੱਚਿਆਂ ਨੂੰ ਦੇਖਦਾ ਅਤੇ ਕਈ ਵਾਰੀ ਬੜਾ ਮਤਲਬ ਇੱਕ ਤਰ੍ਹਾਂ ਦੇ ਨਾਲ ਆਈ ਗੈਟ ਟੋਟਲੀ ਸਕੇਡ। ਯੂਟਿਊਬ ਵਾਚ ਕਰਦੇ, ਮਤਲਬ ਕ੍ਰੈਡੀਬਲ ਸੋਰਸਿਸ ਉਹਨਾਂ ਵਾਸਤੇ ਇੰਟਰਨੈਟ ਆ, ਟਿਕਟੋਕ ਆ, ਸੋਸ਼ਲ ਮੀਡੀਆ ਆ, ਇਹੋ ਜਿਹੀਆਂ ਚੀਜ਼ਾਂ ਨੇ, ਅਤੇ ਉੱਥੇ ਲਿਖਿਆ ਜਾ ਰਿਹਾ ਕਿ ਯੂ ਗਾਇਜ਼ ਕੈਨ ਇੰਜੋਏ ਯੋਰ ਲਾਈਫ ਵਿਦਾਊਟ ਡੂਇੰਗ ਐਨੀਥਿੰਗ। ਉਹ ਕਿਵੇਂ? ਯੂ ਨੋ ਕਿਡਨੀ ਦੀ ਕੀ ਕੀਮਤ ਹੈ ਬਾਜ਼ਾਰ 'ਚ ਜਾ ਕੇ ਦੇਖੋ, ਅਰਾਊਂਡ $500,000। ਜਸਟ ਜੇ ਆਪਾਂ ਇੱਕ ਕਿਡਨੀ ਵੇਚ ਦਈਏ ਤੇ $500,000 ਆ ਗਿਆ ਆਪਣੇ ਕੋਲ। ਲਾਈਫ ਸਪੈਨ ਕਿੰਨਾ ਗਿਆ? 60 ਨਹੀਂ ਤੇ 70 ਸਾਲ। ਐਂਡ always we actually have one kidney is actually enough because we always use only one kidney. So you don't have to do anything. These damn studies and careers, what to do? Once you have $1 million, $500,000, your life will be smooth. ਹੁਣ ਅੰਦਾਜ਼ਾ ਲਾਓ, ਜਿਸ ਇੱਕ ਬੜੇ ਮਤਲਬ ਬੱਚੇ ਛੋਟੇ ਦੇ ਇੱਕ ਬੜੇ ਬ੍ਰੇਨ 'ਚ ਇਹੋ ਜਿਹੀ ਚੀਜ਼ ਪਾ ਦਿਓ, ਕੀ ਹੋਏਗਾ? ਇਸੇ ਤਰੀਕੇ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਜਿਸ ਤੋਂ ਮੈਂ ਇੱਕ ਵੰਨਗੀ ਦਿੱਤੀ, ਤੇ ਬੱਚਾ ਆਰਗੂ ਇਹ ਕਰੇਗਾ, what do you think? $1 million is nothing, it's big deal. ਭਾਈ ਬਿਗ ਡੀਲ ਤੇ ਹੈ, ਪਰ on what cost? Cost something I'm gonna carry my whole life which is not useful for me. ਬ੍ਰੇਨ ਵਾਸ਼ ਹੋ ਗਿਆ। ਗਰੂਮਿੰਗ ਇਹਨੂੰ ਕਹਿੰਦੇ ਆ। ਹੁਣ ਉਹ ਤੁਸੀਂ ਆਰਗੂਮੈਂਟ ਵੀ ਕਿੰਨਾ ਕਰੋਗੇ, ਉਹ ਕਹੇਗਾ ਵੀ ਯੂ ਨੋ ਇਟਸ ਮਾਈ ਬਾਡੀ ਮਾਈ ਲਾਈਫ। ਹੋਰ ਪੰਗਾ ਪੈ ਗਿਆ, ਲੈ ਲਓ। ਕੀ ਸਮਝਾਓਗੇ ਉਹਨਾਂ ਨੂੰ? ਆਈ ਐਮ ਮੈਚਿਓਰ ਐਨਫ। ਤੇ ਗਰੂਮਿੰਗ ਐਵੇਂ ਦੀ ਹੋ ਗਈ, ਤੇ ਸੱਚ ਇਹ ਹੈ, ਦੇ ਮਾਈਟ ਡੂ ਵਨ ਡੇ।
like this. And you never know, there are especially few these sort of things are happening in the world at the same time. ਇੱਥੇ ਫਿਰ ਸਾਨੂੰ ਜਿਹੜਾ ਵੱਡੇ ਲੈਵਲ ਤੇ ਕੰਮ ਕਰਨ ਦੀ ਲੋੜ ਹੈ, ਬੀਇੰਗ ਏ ਸੋਸਾਇਟੀ, ਬੀਇੰਗ ਏ ਕਮਿਊਨਿਟੀ, ਭਾਈ ਐਜੂਕੇਟ ਕੀਤਾ ਜਾਏ। ਗੁਰੂ ਸਾਹਿਬ ਗੁਰਬਾਣੀ ਦੇ ਜ਼ਰੀਏ, ਕੰਗਰੀਗੇਸ਼ਨ ਦੇ ਜ਼ਰੀਏ, ਸੰਗਤ ਦੇ ਜ਼ਰੀਏ, ਸਾਰੇ ਕਾਸੇ ਦੇ ਜ਼ਰੀਏ ਜਿਹੜਾ ਮੇਨ ਕੰਮ ਕਰਦੇ ਨੇ ਉਹ ਕਰਦੇ ਨੇ ਐਜੂਕੇਸ਼ਨ, ਐਜੂਕੇਟ ਕਰਦੇ ਨੇ ਲੋਕਾਂ ਨੂੰ, ਕਮਿਊਨਿਟੀ ਐਜੂਕੇਸ਼ਨ। ਜੇ ਇਸ ਚੀਜ਼ ਦੀ ਲੈਕਿੰਗ ਹੁੰਦੀ ਜਾਏਗੀ ਤੇ ਸਮਾਜ, ਜਿਵੇਂ ਸਾਡੇ ਮਾਫੀ ਚਾਹਾਂਗਾ ਜੇ ਕਿਤਨਾ ਆਪ ਮੁਹਾਰਾਪਨ ਹੈ ਸਾਡੇ ਇਹ ਤੇ ਬਾਈ ਚਾਂਸ ਕਈ ਵਾਰੀ ਜਿਹੜੀ ਹੈ ਨਾ, ਰਹੀਮਨ ਬਿਪਤਨ ਹੋਂ ਭਲੀ ਜੋ ਥੋੜੇ ਦਿਨ ਹੋਏ, ਹਿਤ ਅਨਹਿਤ ਇਸ ਜਗਤ ਮੈਂ ਜਾਣ ਲੇਤ ਸਭ ਕੋਏ। ਰਹੀਮਨ ਬਿਪਤਨ ਹੋਂ ਭਲੀ, ਬਿਪਤਨ ਕਹਿੰਦੇ ਨੇ ਮੁਸੀਬਤ ਨੂੰ, ਬਿਪਤਾ ਭਗਤ ਰਹੀਮ ਜੀ ਕਹਿੰਦੇ ਥੋੜੇ ਦਿਨਾਂ ਦੀ ਬਿਪਤਾ ਸਾਰਿਆਂ ਤੇ ਆਉਣੀ ਚਾਹੀਦੀ ਹੈ, ਇਹ ਬੜੀ ਚੰਗੀ ਚੀਜ਼ ਹੈ। ਰਹੀਮ ਜੀ ਬਿਪਤਾ ਚੰਗਾ ਹੈ ਤੇ ਹਾਂ ਕਿ ਥੋੜੇ ਦਿਨ ਜ਼ਰੂਰ ਹੋਣੀ ਚਾਹੀਦੀ, ਕਿਉਂਕਿ ਇਹਦੇ 'ਚ ਨਾ ਬਹੁਤ ਕੁਝ ਪਰਖਿਆ ਜਾਂਦਾ। ਜਿਵੇਂ ਹੁਣ ਕਿਸਾਨੀ ਬਾਰੇ ਸਾਰਾ ਸੰਘਰਸ਼ ਚੱਲਿਆ, ਹਿਤ ਅਨਹਿਤ, ਕਿਹੜਾ ਤੁਹਾਡੇ ਪੱਖ 'ਚ ਹੈ ਕਿਹੜਾ ਤੁਹਾਡੇ ਪੱਖ 'ਚ ਨਹੀਂ, ਲਾਈਨਾਂ ਥੋੜ੍ਹੀਆਂ ਕਲੀਅਰ ਹੋ ਗਈਆਂ, ਬਿਲਕੁਲ ਸਟ੍ਰੇਟ ਫਾਰਵਰਡ ਲਾਈਨਾਂ ਹੋ ਗਈਆਂ, ਕਿਹੜੇ ਪਾਸੇ ਖੜਦੇ ਹੋ, ਪਾਲੇ ਦੇ ਇਸ ਪਾਸੇ ਕਿ ਇਸ ਪਾਸੇ, ਪਤਾ ਲੱਗ ਜਾਏਗਾ। ਹਿਤ ਅਨਹਿਤ ਇਸ ਜਗਤ ਮੈਂ ਜਾਣ ਲੇਤ ਸਭ ਕੋਏ, ਪਤਾ ਲੱਗ ਗਿਆ। ਉਹ ਲਾਈਨ ਥੋੜੀ ਸਟ੍ਰੇਟ ਫਾਰਵਰਡ ਖਿੱਚੀ ਗਈ, ਨਾ ਚਾਹੁੰਦੇ ਹੋਏ ਵੀ, ਜਿਨ੍ਹਾਂ ਨੇ ਨਹੀਂ ਸੀ ਵੀ ਮਤਲਬ ਇਸ ਪੱਖ 'ਚ ਪਰਿਪੇਖ 'ਚ ਆਉਣਾ, ਉਹਨਾਂ ਨੂੰ ਵੀ ਆਉਣਾ ਪਿਆ ਵੀ ਹੱਦ ਹੋ ਗਈ ਜਗਤ ਵਿੱਚ, ਸੰਸਾਰ ਵਿੱਚ, ਜਿਹਨੂੰ ਪੰਜਾਬੀ 'ਚ ਕਹਿੰਦੇ ਛੱਟੇ ਜਾਵਾਂਗੇ, ਪਤਾ ਲੱਗ ਜਾਏਗਾ, ਸਾਰਾ ਪਾ ਜੁਗੜ ਜਾਏਗਾ ਕਿਰਸਾਨੀ ਦੇ ਹੱਕ 'ਚ, ਇਹਦੇ ਹੱਕ 'ਚ, ਜਾਨੇ ਦੇ ਹੱਕ 'ਚ, ਕਿਉਂਕਿ ਹੱਕ ਦੀ ਵੀ ਗੱਲ ਹੈ, ਸੱਚ ਦੀ ਵੀ ਗੱਲ ਹੈ, ਇੱਥੇ ਲੋਕ ਮੁਹਾਜ ਦੀ ਵੀ ਗੱਲ ਹੈ। ਤੇ ਇਹ ਸਾਰੇ ਕਰਕੇ ਭਾਈ ਇੱਧਰ ਨਿਭਣਾ ਚਾਹੀਦਾ, ਨਹੀਂ ਤਾਂ ਅਦਰਵਾਈਜ਼ ਸਾਡੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿੰਨੀਆਂ ਡਿਫਰੈਂਟ ਲੋਕੀ ਆਪੋ ਆਪਣਾ ਮੁਹਾਜ ਨੂੰ ਕਹਿੰਦੇ ਆ ਵੀ ਆਪੋ ਆਪਣੀ ਟੱਪਲੀ ਤੇ ਆਪੋ ਆਪਣਾ ਰਾਗ, ਐਸਾ ਇੱਕ ਮਤਲਬ ਸਿਲਸਿਲਾ ਬਣਿਆ ਆ। ਤੇ ਉਸ ਸਾਰੇ ਦੇ ਵਿੱਚ ਮੁੱਖ ਰੂਪ ਦੇ ਵਿੱਚ ਚਾਹਤ ਕੀ ਹੈ, ਮੈਂ ਪਾਵਰਫੁਲ ਹੋ ਜਾਵਾਂ, ਮੈਂ ਤਾਕਤਵਰ ਹੋ ਜਾਵਾਂ, ਮੈਂ ਇਸ ਰੂਪ ਵਿੱਚ ਹੋ ਜਾਵਾਂ। ਈਵਨ ਕਈ ਵਾਰੀ ਸਮਾਜਾਂ ਦੀਆਂ ਅਸੀਂ ਹਾਲਾਤ ਦੇਖਦੇ ਹਾਂ ਤੇ ਬੜੀ ਮਤਲਬ ਹਾਸੋਹੀਣੀ ਸਥਿਤੀ ਵੀ ਹੁੰਦੀ ਹੈ, ਤੇ ਕਈ ਵਾਰੀ ਬੜਾ ਡਰ ਵੀ ਲੱਗਦਾ, ਸੌਰੀ ਟੂ ਸੇ ਮੈਂ ਵੀ ਕਹਾਂ। ਹੁਣ ਮੇਰੇ ਇੱਕ ਬੜੇ ਪਿਆਰੇ ਜਾਣਕਾਰ ਬੰਦੇ ਨੇ, ਜਦੋਂ ਵੈਸੇ ਤਾਂ ਕਈਆਂ ਨੇ ਅਪਰੋਚ ਕੀਤੀ ਉਸ ਸਮੇਂ ਦੇ ਵਿੱਚ, ਜਿਸ ਵਕਤ ਨਾ ਅਮਰੀਕਾ 'ਚ ਇੱਕ ਜਿਹੜੀ ਲਾਟਰੀ ਸੀਗੀ ਅਰਾਊਂਡ 1.5 ਬਿਲੀਅਨ ਕ੍ਰਾਸ ਕਰ ਗਈ ਸੀ, ਤੁਹਾਨੂੰ ਸ਼ਾਇਦ ਪਤਾ ਹੋਏਗਾ, $40 ਦੀ ਕੀਮਤ ਸੀਗੀ, 2-3 ਸਾਲ ਪਹਿਲਾਂ ਦੀ ਗੱਲ ਹੈ। 1.5 ਬਿਲੀਅਨ ਜਿਹੜਾ ਹੈਗਾ ਉਹਦਾ ਵਿਨਿੰਗ ਪ੍ਰਾਈਜ਼ ਹੋ ਗਿਆ, ਤੇ ਬੜੇ ਲੋਕੀ ਕ੍ਰੇਜ਼ੀ ਹੋ ਗਏ। ਮਤਲਬ ਜਿਵੇਂ ਦੀ ਪ੍ਰਾਈਜ਼ ਹਾਈ ਜਾਂਦੀ ਹੈ ਲੋਕਾਂ ਨੂੰ ਲੱਗਦਾ ਵੀ ਇਟਸ ਓਨਲੀ $40, ਜੇ ਕਿਤੇ ਲੱਗ ਗਏ ਤੇ ਕਿੰਨੇ ਨੇ 1.5 ਬਿਲੀਅਨ, ਕਮਾਲ ਆ। ਇਸ ਤਰੀਕੇ ਨਾਲ ਖੈਰ ਲੋਕਾਂ ਨੇ ਇਕੱਠੇ ਕਰਕੇ ਵੀ ਪੈਸੇ ਪਾਏ ਕਲੈਕਟਿਵ ਤਰੀਕੇ ਦੇ ਨਾਲ ਉਸ ਰੂਪ ਦੇ ਵਿੱਚ। ਸਾਡੇ ਵੀ ਇੱਕ ਦੋ ਬੰਦੇ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਮੈਨੂੰ ਇਹ ਲਿਟਰਲੀ ਤੌਰ 'ਤੇ ਕਈਆਂ ਨੇ ਮੈਨੂੰ ਕਾਲ ਵੀ ਕੀਤੀ ਕਿ ਭਾਈ ਸਾਹਿਬ ਤੁਹਾਡਾ ਹਿੱਸਾ ਵੀ ਪਾ ਦਈਏ, $8 ਬਣਦੇ ਨੇ ਕੈਨੇਡੀਅਨ। ਮੈਂ ਕਿਹਾ ਦਵਾਈ ਰੱਬ ਦੀ, ਐਸਾ ਕੰਮ ਨਹੀਂ ਕਰਨਾ। ਇੱਕ ਸੱਜਣ ਆਏ ਕਹਿੰਦੇ ਮੈਨੂੰ ਨਾ 5 USA ਦੇ ਦਿਓ ਜਾਂ 8 ਕੈਨੇਡੀਅਨ ਦੇ ਦਿਓ। ਆਈ ਵਾਜ਼ਨਟ ਅਵੇਅਰ ਅਬਾਊਟ ਇਟ ਐਟ ਆਲ। ਕੋਈ ਸੋਚਦਾ ਨਹੀਂ ਬੰਦਾ, ਮੈਂ ਆਪਣੇ 5 ਕੇ 8 ਕੱਢ ਕੇ ਫੜਾ ਤੇ ਇਸ ਤਰੀਕੇ ਨਾਲ ਮੇਰੇ ਖਿਆਲ 'ਚ ਮੈਂ $8 ਕੈਨੇਡੀਅਨ ਫੜਾ ਤੇ। ਕਹਿੰਦੇ ਬਸ ਠੀਕ ਹੈ, ਹੁਣ ਇੱਕ ਕੰਮ ਕਰਿਓ, ਹੁਣ ਅਰਦਾਸ ਕਰਿਓ। ਮੈਂ ਕਿਹਾ ਜੀ ਉਹ ਕਾਹਦੀ? ਵੀ ਬਸ ਨਾਲ ਲਾਟਰੀ ਨਿਕਲ ਆਏ। ਮੈਂ ਕਿਹਾ $8 ਵਾਪਸ ਦਿਓ ਜਨਾਬ। ਕਹਿੰਦੇ ਨਹੀਂ ਜੀ ਇਹ ਤਾਂ ਹੁਣ ਮੈਂ ਤੁਹਾਡਾ ਨਾਂ ਲੈ ਕੇ ਵਿੱਚ ਪਾ ਕੇ ਹਿੱਸੇਦਾਰੀ ਪਾਤੀ ਵਿੱਚ। ਮੈਂ ਕਿਹਾ ਜੀ ਜਨਾਬ ਇਹ ਗਲਤ ਗੱਲ ਹੈ, ਦੋ ਚੀਜ਼ਾਂ ਇਕੱਠੀਆਂ ਹੋ ਰਹੀਆਂ ਨੇ, ਇੱਕ ਤੇ $8 ਦੀ ਠੱਗੀ ਲੱਗ ਰਹੀ ਹੈ ਵਿਚ ਇਜ਼ ਅਨਐਕਸੈਪਟੇਬਲ, ਤੇ ਦੂਸਰੇ ਨੰਬਰ ਦੇ ਉੱਤੇ ਇੱਕ ਗਲਤ ਚੀਜ਼ ਨੂੰ ਪ੍ਰਮੋਟ ਕਰ ਰਹੇ ਜਿਹਨੂੰ ਮੇਰਾ ਜ਼ਮੀਰ ਨਹੀਂ ਮੰਨਦਾ, ਜਿਹੜੀ ਚੀਜ਼ ਮੇਰੀ ਸੋਚ ਨਾਲ ਨਹੀਂ ਮੈਚ ਕਰਦੀ। ਉਹ ਕਹਿੰਦੇ ਹੱਦ ਹੋ ਗਈ, ਤੁਸੀਂ ਨਾ ਲਿਆ ਜੇ ਪੰਥਕ ਕਾਰਜ ਚਲਾ ਦਿਆਂਗੇ। ਮਤਲਬ ਗੈਂਬਲਿੰਗ ਦੇ ਪੈਸਿਆਂ 'ਚੋਂ ਪੰਥ ਸਵਰੇਗਾ ਸਾਡਾ। ਆਪ ਸੋਚ ਕੇ ਦੇਖੋ, ਜਿਹੜੀ ਇਹ ਅਹਿਸਾਸੀਅਤ ਆ, ਮਤਲਬ ਅਪਰੋਚ ਉਹ ਅਡਾਪਟ ਕੀਤੀ ਜਾਏ ਜਿਹਦੇ ਨਾਲ ਸੰਸਾਰ ਦਾ, ਸਮਾਜ ਦਾ, ਪਰਿਵਾਰ ਦਾ, ਸਭ ਕਾਸੇ ਦਾ ਭਲਾ ਹੋਏ। ਅਸੀਂ ਇੱਕ ਸਟੈਂਡਰਡ ਸੈੱਟ ਕਰ ਦਿਆਂਗੇ। ਬੱਚਿਆਂ ਨੂੰ ਕਿਵੇਂ ਰੋਕਾਂਗੇ ਗੈਂਬਲਿੰਗ ਨਹੀਂ ਕਰਨੀ? ਬੱਚਿਆਂ ਨੂੰ ਕਿਵੇਂ ਕਹਾਂਗੇ ਨਹੀਂ ਨਹੀਂ ਨਹੀਂ? ਉਹ ਕਹੇਗਾ ਹੱਦ ਹੋ ਗਈ, ਤੁਸੀਂ ਘਰ ਲਾਟਰੀ ਪਾ ਕੇ ਬਣਾਇਆ, ਲਾਟਰੀ ਜਿੱਤ ਕੇ ਬਣਾਇਆ ਹੈਗਾ, ਤੇ ਮੈਨੂੰ ਕਹਿ ਰਹੇ ਲਾਟਰੀ ਮਾੜੀ। ਲਾਟਰੀ ਤੇ ਬੜੀ ਕਮਾਲ ਦੀ, ਤੇਰਾ ਘਰ ਬਣਾਤਾ ਇਹਨੇ।
ਮੇਨ ਤੁਸੀਂ ਰੋਲ ਮਾਡਲ ਹੀ ਸੈੱਟ ਗਲਤ ਕਰ ਦਿੱਤਾ। ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ, ਇਹ ਸਾਰੇ ਦੇ ਬਾਬਤ ਫਿਰ ਜਿਹੜੀ ਮੈਂ ਬਾਤ ਕਰ ਰਿਹਾ ਸੀ ਕਿ ਯੂਨੀਵਰਸਲ ਲਾਜ਼ ਨੇ ਆਪਣੇ ਆਪ ਨੇ ਵਿੱਚ ਕੰਮ ਕਰਨ ਦੇ, ਜਿਹਦੇ ਬਾਬਤ ਅੱਜ ਲੋਕ ਕਿਤੇ ਕਿਤੇ ਐਕਸੈਪਟ ਕਰ ਰਹੇ ਨੇ। ਉਹਨਾਂ ਵਿੱਚੋਂ ਹੀ ਇੱਕ ਯੂਨੀਵਰਸਲ ਅਪਰੋਚ ਹੈ ਕਮਿਊਨਿਟੀ ਦੀ ਬੈਟਰਮੈਂਟ ਵਾਸਤੇ, ਫੈਮਿਲੀ ਦੀ ਬੈਟਰਮੈਂਟ ਵਾਸਤੇ, ਤੇ ਐਂਡ ਆਫ ਦਾ ਡੇ ਇੰਡੀਵਿਜੂਅਲਸ ਦੀ ਬੈਟਰਮੈਂਟ ਵਾਸਤੇ, ਉਹ ਹੈਗੀ ਹੈ ਸੰਗਤ। ਹੁਣ ਸੰਗਤ ਜਿਹਨੂੰ ਅਸੀਂ ਕੌਂਗਰੀਗੇਸ਼ਨ ਕਹਿੰਦੇ ਆ, ਇਹਦੇ ਫਿਰ ਕਈ ਡਿਫਰੈਂਟ ਲੇਅਰਸ ਹੈਗੀਆਂ ਇਹਦੀਆਂ। ਸਾਡੇ ਇੱਕ ਗੁਰਮੁਖੀ ਗੁਰੂ ਕੀ ਸੰਗਤ ਹੈ, ਇਹ ਸੰਗਤ ਦੀ ਬਾਤ ਕੀਤੀ ਜਾਂਦੀ ਹੈ। ਇਸ ਨੂੰ ਕਿਤੇ ਸਾਧੂ ਸੰਗ ਕਿਹਾ, ਕਿਤੇ ਸਾਧ ਸੰਗਤ ਕਿਹਾ, ਕਿਤੇ ਸਤ ਸੰਗਤ ਕਿਹਾ ਗਿਆ ਹੈ। ਗੁਰੂ ਸਾਹਿਬ ਇਹਨੂੰ ਵਡਿਆਉਂਦੇ, ਇਹਦੀ ਗਲੋਰੀ ਬਿਆਨ ਕਰਦੇ ਤਾਂ ਕਿ ਸਾਡਾ ਮਨ ਇਹਦਾ ਗਾਹਕ ਬਣ ਸਕੇ। ਨਹੀਂ ਤੇ ਜਿਵੇਂ ਬੰਦਾ ਆਪਣੇ ਆਪ ਨੂੰ ਬੜਾ ਇੰਟੈਲੈਕਚੁਅਲ ਸਮਝ ਕੇ ਤੁਰਿਆ ਆ, ਉਹਨੂੰ ਲੱਗਦਾ ਗੱਲ ਹੀ ਕੁਛ ਨਹੀਂ ਹੈਗੀ, ਆਈ ਕੈਨ ਫਿਕਸ ਐਵਰੀਥਿੰਗ। ਹਾਲਾਂਕਿ ਕੁਛ ਚੀਜ਼ਾਂ, ਜਿਵੇਂ ਸਪੋਜ਼ ਕਰੋ ਕੈਨੇਡੀਅਨ ਗਵਰਨਮੈਂਟ ਜਾਂ ਕੈਨੇਡੀਅਨ ਗੌਰਮੈਂਟ ਦੇ ਲੋਕ ਜਾਂ ਕੈਨੇਡਾ ਦੇ ਵਿੱਚ ਰਹਿਣ ਵਾਲੇ ਵੱਡੇ ਹਿੱਸੇ ਦਾ ਜਿਹੜਾ ਵਸੇਬਾ ਰੱਖਣ ਵਾਲੇ ਲੋਕ ਇਹ ਕਹਿਣ ਕਿ ਸਾਡਾ ਇੱਕ ਡਿਵੈਲਪਡ ਨੇਸ਼ਨ ਆ, ਸਾਡੇ ਕੋਲ ਹਰ ਤਰ੍ਹਾਂ ਦੇ ਰਿਸੋਰਸਿਸ ਨੇ, ਅਸੀਂ ਜੋ ਚਾਹੀਏ ਕਰ ਸਕਦੇ ਹਾਂ। ਜੇ ਇਹ ਪੋਸੀਬਲ ਹੁੰਦਾ ਤੇ ਜੋ BC 'ਚ ਹੋ ਰਿਹਾ ਹੁਣ, ਕੀ ਇਹ ਮਤਲਬ ਬਿਲਕੁਲ ਹੱਥ ਖੜੇ ਹੋ ਗਏ। ਤੇ ਇਹ ਜਸਟ ਇੱਕ ਨੈਚੁਰਲ ਡਿਜ਼ਾਸਟਰ ਦੀ ਮੈਂ ਗੱਲ ਕਰ ਰਿਹਾ, ਜਿਹਦੇ ਹੋਰ ਪਿੱਛੇ ਹੋਰ ਲੈਵਲ ਤੇ ਚਲੇ ਜਾਓ। ਇਵਨ ਚਲੋ ਨੈਚੁਰਲ ਡਿਜ਼ਾਸਟਰ ਬੰਦਾ ਕਹਿ ਸਕਦਾ ਭਾਈ ਸਾਹਿਬ ਦੈਟ ਇਜ਼ ਬਿਯੋਂਡ ਆਵਰ ਕੰਟਰੋਲ। ਹਾਲਾਂਕਿ ਇਹਦੇ ਬਾਬਤ ਵੀ ਜੇ ਸਾਇੰਟੀਫਿਕ ਅਪਰੋਚ ਅਡੋਪਟ ਕੀਤੀ ਜਾਏ ਤਾਂ ਪਤਾ ਲੱਗ ਜਾਂਦਾ ਐਸਾ ਨਹੀਂ ਹੈਗਾ। ਜਿਵੇਂ ਜਿਵੇਂ ਸਮਾਜ, ਸੰਸਾਰ ਤੇ ਵੈਦਰ ਸਭ ਚੀਜ਼ਾਂ ਬਦਲਦੀਆਂ, ਅਡਾਪਟੇਸ਼ਨ ਦੀ ਇੱਕ ਪਾਲਿਸੀ ਹੁੰਦੀ ਹੈ। ਤੁਸੀਂ ਆਪਣੀ ਜ਼ਿੰਦਗੀ 'ਚ ਚੇਂਜਸ ਲੈ ਕੇ ਆਉਂਦੇ ਹੋ। ਹੁਣ ਆਪ ਅੰਦਾਜ਼ਾ ਲਾਓ, ਘਰ ਦੇ ਵਿੱਚ ਬੱਚਾ ਸੀਗਾ, ਬੱਚਾ 8 ਸਾਲ, 8.5 ਸਾਲ, 9 ਸਾਲ ਤੋਂ ਵੱਧ ਰਿਹਾ, ਤੇ ਹੁਣ ਉਹ ਅੱਗੇ 11 ਸਾਲ ਦਾ ਹੋ ਰਿਹਾ, ਤੇ ਆਪਾਂ ਜਿਹੜੇ ਕੱਪੜੇ 8 ਸਾਲ ਦੇ ਬਾਏ ਕਿਤੇ 11 ਸਾਲ ਦੇ ਬੱਚੇ ਨੂੰ ਪਾਵਾਂਗੇ। ਅਸੀਂ ਚੇਂਜਸ ਲੈ ਕੇ ਆਵਾਂਗੇ ਨਾਲ ਦੀ ਨਾਲ। ਉਹਦੀ ਜਿਹੜੀ ਕਲੋਥਿੰਗ ਕਵਰਡ ਆ, ਉਹਦਾ ਜਿਹੜਾ ਕਲੋਥਿੰਗ ਹਿੱਸਾ ਆ, ਉਹ ਰੀਆਰਗੇਨਾਈਜ਼ ਹੋਏਗਾ। ਉਹਦੇ ਵਿੱਚ ਤੁਸੀਂ ਚੀਜ਼ਾਂ ਨੂੰ ਜਿਹੜਾ ਹੈਗਾ ਨਵੇਂ ਤਰੀਕੇ ਨਾਲ ਸ਼ਫਲ ਕਰੋਗੇ, ਨਵੀਆਂ ਚੀਜ਼ਾਂ ਲਿਆ ਕੇ ਪਾਓਗੇ, ਇਹ ਚੇਂਜਸ ਹੋਣਗੇ। ਇਹ ਅਡਾਪਟੇਸ਼ਨ ਇਹ ਹੁੰਦੀ ਹੈ। ਜਦੋਂ ਸਮਾਜ ਬਦਲਦਾ, ਸੰਸਾਰ ਬਦਲਦਾ, ਸੁਸਾਇਟੀ ਬਦਲਦੀ ਹੈ, ਸਾਰੇ ਦੇ ਬਾਬਤ। ਤੇ ਇਸ ਸਾਰੇ ਦੇ ਜੇ ਡੀਪ ਲੈਵਲ ਤੇ ਚਲੇ ਜਾਈਏ ਤੇ ਸੌਰੀ ਟੂ ਸੇ, ਅੱਜ ਵੀ ਆਪ ਦੇਖੋ ਜਿਹੜੀ ਲੀਡਰਸ਼ਿਪ ਇੱਥੇ ਭੱਜ ਰਹੀ ਹੈ ਵੀ ਅਸੀਂ ਪ੍ਰੀਮੀਅਰ ਬਣ ਜਾਈਏ, ਪ੍ਰਾਈਮ ਮਿਨਿਸਟਰ ਬਣ ਜਾਈਏ, ਸਾਰਾ ਕੁਛ। ਕਦੀ ਜਿੱਥੋਂ ਤੇ ਲੋਕ ਉਹਨਾਂ ਨੂੰ ਪੁੱਛਣਗੇ ਕਿ ਤੁਸੀਂ ਭਾਈ ਕਿਉਂ ਬੈਠਣਾ ਚਾਹੁੰਦੇ ਹੋ ਇੱਥੇ, ਤੁਹਾਨੂੰ ਪਤਾ ਵੀ ਸਾਡੀਆਂ ਸਮੱਸਿਆਵਾਂ ਕੀ ਨੇ, ਸਾਡੇ ਇਸ਼ੂਜ਼ ਕੀ ਨੇ। ਜਿਨ੍ਹਾਂ ਨੂੰ ਇਹਦੇ ਬਾਰੇ ਅਵੇਅਰਨੈਸ ਨਹੀਂ ਹੈਗੀ ਤੇ ਫਿਰ ਉੱਤੇ ਬੈਠ ਗਏ ਹੋ, ਉਹ ਫਿਰ ਜਿਵੇਂ ਮਤਲਬ ਜੱਗੋਂ 13ਵੀਆਂ ਕਰਦੇ ਵੀ ਸੱਜਿਓਂ ਖੱਬੇ ਤੇ ਖੱਬਿਓਂ ਸੱਚੇ, ਤੇ ਇਹ ਸਭ ਚੀਜ਼ਾਂ ਉਗੜ ਦੁਗੜ ਦੇ ਵਿੱਚ। ਤੇ ਫਿਰ ਬੰਦਾ ਰੋਂਦਾ ਕਿਸਮਤ ਨੂੰ, ਕਿਸਮਤ ਹੀ ਮਾੜੀ ਜੀ, ਬਸ ਪਾਣੀ ਆ ਗਿਆ, ਸਾਰੇ ਮੇਰੇ ਜਿਹੜੇ ਇੱਥੇ ਬਰਡਸ ਮਰ ਗਏ, ਇਹ ਜਿਹੜਾ ਹੈਗਾ ਗਾਈਆਂ ਮਰ ਗਈਆਂ। ਉਹ ਨਾ ਭਲੇ ਬੰਦੇ, ਇੱਕ ਕਲੈਕਟਿਵ ਐਫਰਟ ਜਿਹੜੀ ਲਗਾਤਾਰ ਹੋਣੀ ਚਾਹੀਦੀ ਸੀ, ਹੋ ਨਹੀਂ ਪਾਈ। ਇਹ ਚੀਜ਼ਾਂ ਗੁਰੂ ਸਾਹਿਬ ਨੇ ਕੀਤੀ। ਅਦਰਵਾਈਜ਼ ਬਾਬਰ ਸੈਦਪੁਰ ਤੇ ਹਮਲਾਵਰ ਹੋਇਆ, ਕਿਸੇ ਨੇ ਸਾਲ ਪਹਿਲਾਂ 2 ਸਾਲ ਪਹਿਲਾਂ ਮਕਾਨ ਬਣਾਇਆ, ਬਾਬਰ ਦੇ ਸਿਪਾਹੀ ਆਏ, ਉਹਨਾਂ ਨਵਾਂ ਮਕਾਨ ਦੇਖਿਆ, ਉਹ ਆਏ ਸਨ ਕਿਤੇ ਆਪਣੇ ਜਿਹੜਾ ਕੱਚੇ ਮਕਾਨਾਂ ਦੇ ਵਿੱਚੋਂ, ਕਾਬਲ ਵਿੱਚ ਉੱਠ ਕੇ, ਗਜਨੀ ਵਿੱਚ ਉੱਠ ਕੇ। ਉਹਨਾਂ ਕਿਹਾ ਹੱਦ ਹੋ ਗਈ, ਅਸੀਂ ਇਹੋ ਜਿਹੇ ਕੱਚੇ ਖੋਲਿਆਂ 'ਚ ਰਹਿੰਦੇ ਹਾਂ ਤੇ ਏਡੇ ਵਧੀਆ ਮਹਿਲਾਂ ਦੇ ਵਿੱਚ। ਉਹਨੇ ਕਿਹਾ ਪਹਿਲਾਂ ਤੈਨੂੰ ਤੋੜੋ, ਘਰ ਦੇ ਹੁੰਦੇ ਬਾਅਦ 'ਚ ਮਾਰਾਂਗੇ। ਮਤਲਬ ਜੈਲਸ, ਈਰਖਾ ਇੱਕਦਮ। ਆ ਕੀ ਬਣ ਗਿਆ? ਉਹ ਬੰਦਾ ਕਹੇ ਵੀ ਨਾ ਮਕਾਨ ਤੇ ਬਣਾਇਆ ਸੀਗਾ, ਵਧੀਆ ਬਣ ਗਿਆ, ਪਰ ਮਕਾਨ ਦਾ ਮਹੂਰਤ ਹੀ ਠੀਕ ਨਹੀਂ ਹੋਇਆ, ਹਲੇ ਕਿਸਮਤ ਹੀ ਮਾੜੀ, ਆ ਚੀਜ਼ ਹੋ ਗਈ। ਉਹ ਭਲੇ ਬੰਦੇ ਪਿੱਛੇ ਸੋਚ ਇਸ ਨੂੰ। ਗੁਰੂ ਬਾਬਾ ਜੀ ਕੁਝ ਰੂਟਸ ਤੇ ਐਜੂਕੇਟ ਕਰਦੇ, ਐਂਡ ਆਮ ਸੋ ਸੌਰੀ। ਜਦੋਂ ਅਸੀਂ ਬਹੁਤ ਸੈਲਫਿਸ਼ ਹੋ ਕੇ ਜੀਣ ਦੀ ਟਰਾਈ ਕਰਦੇ ਹਾਂ ਨਾ, ਸਾਡੇ ਕੋਲ ਇਹਦੇ ਬਾਰੇ ਨਾ ਸੁਣਨ ਲਈ, ਨਾ ਪੜ੍ਹਨ ਲਈ, ਨਾ ਸਮਝਣ ਲਈ ਕੋਈ ਟਾਈਮ ਨਹੀਂ ਹੈਗਾ। ਇੱਥੋਂ ਹੀ ਬੰਦੇ ਦੀ ਸਫਰਿੰਗ ਸ਼ੁਰੂ ਹੁੰਦੀ ਹੈ। ਜੇ ਬੰਦਾ, ਜਿਵੇਂ ਗੁਰੂ ਸਾਹਿਬ ਜਦੋਂ ਸੰਸਾਰ ਬਾਰੇ ਬਾਤ ਕਰਦੇ, ਮਹਾਰਾਜ ਕਹਿੰਦੇ ਕਹਾਂ ਸੋ ਭਾਈ ਮੀਤ ਹੈ, ਦੇਖ ਨੈਣ ਪਸਾਰ। ਨੈਣ ਪਸਾਰ ਦਾ ਮਤਲਬ ਹੁੰਦਾ ਅੱਖਾਂ ਖੋਲ ਕੇ ਵੇਖ ਆਲੇ ਦੁਆਲੇ, ਤੈਨੂੰ ਸਮਝ ਆਏਗਾ ਮੌਤ ਦੀ ਸੱਚਾਈ। ਉਹਦੇ 'ਚ ਮੌਤ ਦੇ ਸ਼ਬਦ ਦੀ ਬਾਤ ਕਰ ਰਹੇ ਬਾਬਾ ਜੀ। ਮਤਲਬ ਤੂੰ ਜਿੰਨੀ ਦੇਰ ਤੱਕ ਇਸ ਸੰਸਾਰ ਵਿੱਚ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਜਾਗਰਤੀ, ਅਵੇਅਰਨੈਸ ਕ੍ਰੀਏਟ ਕਰਦੇ। ਇਹਨਾਂ ਬਚਨਾਂ ਵਿੱਚ ਵੀ ਅਵੇਅਰਨੈਸ ਕ੍ਰੀਏਟ ਕਰਦੇ। ਤੇ ਕਹਿੰਦੇ ਮੈਂ ਤੈਨੂੰ ਇੱਕ ਮਹਿਮਾ ਦੱਸਦਾ ਹਾਂ, ਤੇ ਇਹ ਮਹਿਮਾ ਕਿਸੇ ਹੋਰ ਚੀਜ਼ ਦੀ ਨਹੀਂ, ਮਹਿਮਾ ਸਾਧੂ ਸੰਗ ਕੀ।
जे अज दी दुनिया च असीं देखीए जो लोग ट्रालियां ट्रैक्टरां ते बैठ के ऑल द वे तुर गए। देखो जंग मल्टीपल वेज दे नाल लड़ी जाती है तो जेतू होने वास्ते उहदे च मल्टीपल टूल्स यूज़ किए जाते हैं। मैदान दे विच उही जेतू हुंदा जिहदे कोल पेशेंस है। मैदान विच उही जेतू हुंदा जिहदे कोल उत्थे सस्टेन करन दी एबिलिटी है बदलते हालातां वो सब चीज़ां दे नाल, क्योंकि जंग च बड़े पासे पलटदे बड़ा कुछ हुंदा। जदों कुछ मूवमेंट्स चलदियां मूवमेंट्स ते सब तो औखा हुंदा है अपने मन नूं कंट्रोल कर सकना, हर एक इंडिविजुअल नूं उस लैवल ते लिया सकना जिथे वो पेशेंस शो कर सके। इहदे लई सब तो यूजफुल टूल तुहाडे कोल है जिहड़ा गुरु ने बख्शिश कीता, संगत। Why they were capable to sit that long, why they were capable to calm down themselves and just focus toward their own actually aim and goals। 4 ਤੋਂ 5 ਘੰਟੇ ਜਿਹੜੇ ਰੋਜ਼ ਸੰਗਤ ਹੀ ਕਰਦੇ ਉੱਥੇ, ਨਥਿੰਗ ਐਲਸ। ਆ ਚੀਜ਼ ਹੋਈ, ਇਹਦਾ ਅਹਿਸਾਸ ਉਹਨਾਂ ਨੂੰ ਵੀ ਨਹੀਂ ਵੀ ਕਿੰਨਾ ਯੂਜ਼ਫੁਲ ਟੂਲ ਹੈ। ਸਵੇਰੇ ਉੱਠੇ ਬਿਲਕੁਲ ਕੋਈ ਕੁਛ ਕਿਸੇ ਤਰੀਕੇ ਦੇ ਨਾਲ ਨਹੀਂ, एक मन प्रभाव अरदास ता लैके बैठ गए, बाणी गाई, कीर्तन किया, अरदास होई, दिन की शुरुआत हो गई। एक भरोसे दे नाल पूरा दिन सही गया, गलत गया, रफ गया, कुछ जिहड़ा हैगा लैस रफ गया किसी तरीके दे नाल। एंड कॉनकलूड काहदे नाल कीता, दोबारा फिर रहरास साहब का पाठ किया, अरदास की, सोहला पढ़ के सो गए आत्म विश्वास दे नाल। इस संगत की महिमा है। आ तुहाडे सामने देखो किड्डा वड्डा यूजफुल टूल हैगा। जे हुण भी ना समझिया जाए तो तुसीं किसी तरीके नाल भी देखोगे पिछोकड़ दे विच यही एक टूल है जिहड़ा इन्ना कारगर काम इन्ना वधिया होया। हुण जिहड़ी बात की जा रही है महाराज दे इस पावन बचनां दे विच कि महिमा साधु संग की सुनो मेरे मीता, वो मेरे सखा मैं तैनूं आ साधु संग की महिमा दसदा हां। मैल खोई कोट अग हरे, मैल खोई मन दे विच मैल, ते मैल दियां कई लेयर्स ने। मैल दी लेयर ये भी है बंदा अपने आप नूं कोसना शुरू कर दे, किसी का कोई नुकसान नहीं कर रहा, कुछ नहीं कर रहा, कोई चीज़ चंगी माड़ी आले दुआले वापरी उन्होंने एक परसैप्शन बना ली अपने तरीके नाल ते शुरू करता मैल आ। इस मैल ने अंदर ते सुकून नूं खा जाना। होर मैल भी है, किसी नूं ब्लेम करी जाना मैल है। होर मैल भी है, किसी का नुकसान करने वास्ते तुर पैना, अपना नुकसान करने वास्ते तुर पैना मैल है। ये मैल किवें खोगे तुसी? देखो भाई गुरदास जी का एक पता है बड़ा कमाल दा, वो कहिंदे कि जिवें आप अंदाज़ा लाओ कि वक्रियां वक्रियां चीज़ां ने, केस ने, है ना, ते केसां नूं संभालण वास्ते साबण भी चाहिदा है, पानी भी चाहिदा है, तेल भी चाहिदा है, किसी फॉर्म च, कोई जैल की फॉर्म या किसी मोइस्चर का कंडीशनर जिवें लाउंदे लोकी, पर एक्चुअली है उहदे विच ही है। जे चीज़ां नहीं चाहो लगाओगे, चीज़ां नहीं यूज़ करोगे, संभाल नहीं सकोगे। इहदे मुकाबलतन जे भांडा आ, भांडे नूं तुसीं हाँ सोप नाल भी धो सकते हो, पानी नाल ते धोवोगे उसनूं, पर जे किते सोप भी अवेलेबल ना होए, किते पानी भी अवेलेबल ना होए, सुक मांज भी कर लेंदे लोग। आप नूं पता होएगा शायद, सुक्का ही साह नाल मांज के एग्जैक्टली बिल्कुल बिना एंड उन्होंने जिहड़ा हैगा क्लीन कर लिया जाता सीगा, उसनूं बिल्कुल जिहड़ा उहदी जर्मस तो उन्होंने जिहड़ा क्लीन करके तो यूज़ कर लो दोबारा, जूठ सारी रह जाती सी। पर भाई गुरदास जी कहते केसां नूं एवें नहीं कर सकते। जे कपड़ा आ इसनूं धोना आ तो इसनूं जो असीं बचन पढ़ते गुरु नानक साहब की बाणी च मूत पलीती कपड़ होए दे साबून,
ਭਈ ਪਾਣੀ ਵੀ ਚਾਹੀਦਾ, ਸਾਬਣ ਵੀ ਚਾਹੀਦਾ, ਇਸ ਤੋਂ ਬਿਨਾਂ ਉਹ ਸਾਫ਼ ਨਹੀਂ ਹੋ ਸਕੇਗਾ। ਜਿਹੜੀ ਮਨ ਦੀ ਮੈਲ ਆ, ਉਹ ਮੈਲ ਜਸਟ ਬੰਦਾ, ਜਿਵੇਂ ਅੱਜ ਕੱਲ੍ਹ ਕਾਉਂਸਲਿੰਗ 'ਤੇ ਬਹੁਤ ਅਸੀਂ ਐਮਫਸਾਈਜ਼ ਕਰਦੇ ਹਾਂ, ਹਾਂ ਇੱਕ ਟੂਲ ਹੈਗਾ ਆ, ਪਰ ਜਿਹੜਾ ਪ੍ਰੋਪਰ ਟੂਲ ਹੈ ਮੈਲ ਉਤਾਰਨ ਦਾ, ਉਹ ਤੇ ਕੰਗਰੀਗੇਸ਼ਨ ਹੈ, ਸੰਗਤ ਹੈ। ਕਿਸੇ ਸਪਿਰਿਟ ਦੇ ਲੈਵਲ 'ਤੇ ਬੰਦੇ ਨੂੰ ਅੰਗੇਜ ਕਰੋਗੇ, ਉਸ ਨੂੰ ਅਧਿਆਤਮੀ ਤਲ 'ਤੇ ਲੈ ਕੇ ਆਓਗੇ, ਉਹਦੇ 'ਚ ਬਲੀਵ ਸਿਸਟਮ ਆਏਗਾ, ਉਹਦੇ 'ਚ ਇੱਕ ਪੂਰੀ ਜੀਵਨ ਜਾਂਚ ਆਏਗੀ, ਇੱਕ ਪੂਰੇ ਤੇ ਪੂਰੀ ਕਮਿਊਨਿਟੀ ਦੇ ਵਿੱਚ ਪਾਰਟ ਬਣੇਗਾ ਉਹ, ਤੇ ਉਹ ਫਿਰ ਆਪਣੇ ਆਪ ਨੂੰ ਉਸ ਲੈਵਲ 'ਤੇ ਲੈ ਕੇ ਜਾਏਗਾ। ਇਹਦੇ ਨਾਲ ਉਹਦੀ ਸਹੀ ਬੈਟਰਮੈਂਟ ਹੋ ਪਾਏਗੀ। ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਮੈਲ ਖੋਈ ਕੋਟ ਅਗ ਹਰੇ। ਕੋਟ ਅਗ, ਅਗ ਵੈਸੇ ਸ਼ਬਦਕੋਸ਼ ਜਾਓਗੇ ਦੀ ਟਰਾਂਸਲੇਸ਼ਨ ਮਿਲੇਗਾ ਪਾਪ, ਪਰ ਅਗ ਦਾ ਲਿਟਰਲੀ ਜਿਹੜਾ ਮਤਲਬ ਬਣਦਾ, ਉਹ ਬਣਦਾ ਪਾਪਾਂ ਦਾ ਬੀਜ, ਸੀਡ। ਮਤਲਬ ਜਿਹੜਾ ਸੀਡ ਹੈ, ਤੇ ਸੀਡ ਕਿਤੇ ਇੱਕ ਛੋਟਾ ਜਿਹਾ ਪਿਆ ਕਿਤੇ ਕਿਸੇ ਰੂਪ ਦੇ ਵਿੱਚ ਵੀ, ਉਸ ਨੂੰ ਤੁਸੀਂ ਮੈਂ ਸ਼ਾਇਦ ਪਹਿਲਾਂ ਬਾਤ ਕੀਤੀ ਹੋਏਗਾ, ਕੁਛ ਚੀਜ਼ਾਂ ਐਗਜ਼ਾਮਪਲ ਦੇ ਤੌਰ 'ਤੇ ਰੈਪੀਟੀਸ਼ਨ ਵਿੱਚ ਵੀ ਆ ਜਾਂਦੀਆਂ ਨੇ। ਪ੍ਰੇਰੀਜ਼ ਵਿੱਚ ਮੇਰੇ ਇੱਕ ਦੋਸਤ ਸੀਗੇ, ਦੋਸਤ ਕਹਿ ਲਓ, ਹਰ ਸੱਜਣ ਹੀ ਹੈ ਕਿ ਇੰਨੀ ਮੁਲਾਕਾਤਾਂ ਹੁੰਦੀਆਂ, ਜਾਣਦੇ ਪਛਾਣਦੇ ਇੱਕ ਦੂਸਰੇ ਨੂੰ, ਅਤੇ ਉਹ ਮੈਂ ਉਹਨੂੰ ਕਈ ਵਾਰੀ ਦੇਖਣਾ, ਉਹ ਇੱਕ ਫਰਮ ਨਾਲ ਕੰਮ ਕਰਦਾ ਆ, ਅਤੇ ਬੜਾ ਖੁਸ਼ ਆ ਜਦੋਂ ਕੰਮ 'ਤੇ ਹੁੰਦਾ, ਉਹਨੂੰ ਚੰਗੇ ਉਹਦੇ 'ਚੋਂ ਪੈਸੇ ਵੀ ਮਿਲਦੇ, ਅਤੇ ਉਹਦਾ ਕੈਰੀਅਰ ਵੀ ਲੱਗਦਾ ਉੱਥੇ ਬਣਿਆ ਹੈਗਾ, ਅਤੇ ਰੀਟੇਲ ਟਾਈਪ ਆਫ ਕਾਰੋਬਾਰ ਹੈਗਾ ਉਹ। ਅਤੇ ਖੈਰ ਮੈਨੂੰ ਲੱਗਾ ਕਿ ਬਹੁਤ ਵਧੀਆ ਸਾਰਾ ਕੁਛ ਚੱਲ ਰਿਹਾ। ਇੱਕ ਦਿਨ ਕਿਤੇ ਬਾਈ ਚਾਂਸ ਓਪਨ ਅਪ ਹੋਇਆ ਮੇਰੇ ਨਾਲ, ਐਂਡ ਹੀ ਸਟਾਰਟਿਡ ਡਿਸਕਸਿੰਗ ਸਮਥਿੰਗ, ਐਂਡ ਹੀ ਵਾਜ਼ ਸੇਇੰਗ, ਕਹਿੰਦਾ ਕਿ ਮੈਂ ਤੇ ਆਹ ਕੰਮ ਨਹੀਂ ਲਾਈਕ ਕਰਦਾ ਬਿਲਕੁਲ ਵੀ। ਮੈਂ ਕਿਹਾ ਹੱਦ ਹੋ ਗਈ, ਤੂੰ, ਮੈਂ ਤੈਨੂੰ 2-4 ਵਾਰੀ ਦੇਖਿਆ ਉੱਥੇ, ਕਹਿੰਦੇ ਤੂੰ ਪਤਾ ਵੀ ਲੱਗਦਾ, ਕਹਿੰਦੇ ਨਹੀਂ ਮੈਂ ਸ਼ੋਅ ਨਹੀਂ ਹੋਣ ਦਿੰਦਾ, ਬਟ ਮੈਂ ਤੇ ਬਹੁਤ ਤੰਗ ਆ, ਮੈਂ ਤੇ ਕਿਤੇ ਹੋਰ ਮੈਨੂੰ ਜੋਬ ਨਹੀਂ ਮਿਲ ਰਹੀ ਇਸ ਤਰੀਕੇ ਨਾਲ, ਅਤੇ ਮੇਰਾ ਤੇ ਕਈ ਵਾਰੀ ਕਹਿੰਦਾ ਇਹ ਮਨ ਕਰਦਾ ਆ ਕਿ ਸਾਰਾ ਜਿਹੜਾ ਬਿਜ਼ਨਸ ਚੱਲਦਾ ਹੈ ਨਾ, ਤੇਲ ਪਾ ਕੇ ਤੈਨੂੰ ਅੱਗ ਲਾ ਦਿਆਂ। ਇਹ ਗੱਲ ਕਹੀ ਉਹਨੇ ਮੈਨੂੰ। ਮੈਂ ਕਿਹਾ ਵੀ ਪਹਿਲੀ ਗੱਲ ਤੇ ਇਹ ਹੈ ਕਿ ਜੇ ਤੂੰ ਇੰਨੇ ਡੀਪ ਲੈਵਲ 'ਤੇ ਡਿਸਲਾਈਕਿੰਗ ਹੈ ਤੇਰੇ ਅੰਦਰ, ਮਤਲਬ ਹੇਟ ਕਹਿ ਲਓ, ਹੇਟ ਦੇ ਲੈਵਲ 'ਤੇ ਹੈ ਤੂੰ, ਦੈਨ ਤੈਨੂੰ ਕੰਮ ਛੱਡ ਦੇਣਾ ਚਾਹੀਦਾ ਹੈ। ਦੈਟਸ ਨਾਟ ਗੁੱਡ, ਕਿਉਂਕਿ ਤੇਰੇ ਨਾਲ ਵੀ ਧੱਕਾ ਆਪਣੇ ਆਪ ਨਾਲ। ਕਹਿੰਦਾ ਮੈਂ ਤਾਂ ਰੋਜ਼ ਸੋਚਦਾ ਵੀ ਰੋਜ਼ ਹੀ ਛੱਡ ਦੇਣਾ, ਪਰ ਮੈਂ ਛੱਡ ਇਸ ਕਰਕੇ ਨਹੀਂ ਪਾ ਰਿਹਾ ਕਿਉਂਕਿ ਜਿੰਨੀ ਇਹ ਤੋਂ ਮੈਨੂੰ ਅਰਨਿੰਗ ਹੋ ਰਹੀ ਇਹਨੂੰ ਕਿਤੋਂ ਮਿਲ ਨਹੀਂ ਸਕਦੀ, ਸੋ ਰਿਪਲੇਸਮੈਂਟ ਨਹੀਂ ਹੈ ਕਿ ਦੈਟਸ ਵਾਈ ਆਈ ਐਮ ਡੂਇੰਗ ਇਟ। ਮੈਂ ਕਿਹਾ ਫਿਰ ਸੋਚਣਾ ਛੱਡ, ਫਿਰ ਜਾਂ ਦੂਜੇ ਪਾਸੇ ਕੰਮ ਕਰਨਾ ਵੀ ਐਕਚੁਅਲੀ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ। ਤੂੰ ਕਹਿੰਦਾ ਨਹੀਂ ਐਕਚੁਅਲੀ ਜਿਹੜਾ ਆ, ਜੇ ਮੈਨੂੰ ਸਪੋਜ਼ ਕਰੋ ਜੇ ਕਿਤੇ ਮੈਨੂੰ ਜੋਬ ਦੂਜੀ ਮਿਲ ਵੀ ਜਾਂਦੀ ਹੈ, ਦੈਨ ਸਟਿਲ ਆਈ ਐਮ ਥਿੰਕਿੰਗ, ਬਿਕੋਜ਼ ਮੇਰਾ ਇੱਥੇ ਐਕਸਪੀਰੀਅੰਸ ਬੈਡ ਬੜਾ ਰਿਹਾ, ਮੈਨੂੰ ਲੱਗਦਾ ਮੈਨੂੰ ਯੂਜ਼ ਕੀਤਾ ਸਭ ਕੁਝ ਇਸ ਰੂਪ ਦੇ ਵਿੱਚ। ਉਹ ਮੈਂ ਕਿਹਾ ਸੱਜਣਾ, ਗੱਲ ਇਹ ਹੈ ਕਿ ਤੂੰ ਆਪਣੇ ਆਪ ਨੂੰ ਇਲੀਗਲ ਮੈਟਰ 'ਚ ਪਾਉਣ ਵਾਸਤੇ ਤਿਆਰ ਹੋ ਰਿਹਾ, ਤੇ ਤੂੰ ਵੈਸੇ ਹੀ 2-4 ਦਿਨ ਕਿਤੇ ਗੇੜਾ ਦੇ ਆ। ਕਿਉਂ ਤੰਗ ਕਰਨ ਲੱਗਾ ਆਪਣੇ ਆਪ ਨੂੰ? ਸੋਚ ਇਹਦੇ ਬਾਬਤ। ਇਸ ਨੂੰ ਕਹਿੰਦੇ ਨੇ ਅੱਗ, ਸੀਡ। ਅਜੇ ਕੀਤਾ ਕੁਛ ਨਹੀਂ, ਹੋਇਆ ਵੀ ਕੁਛ ਨਹੀਂ, ਪਰ ਬੰਦੇ ਦੇ ਜ਼ਿਹਨ ਵਿੱਚ ਕੋਈ ਚੀਜ਼ ਪਨਪ ਰਹੀ ਹੈ। ਸਮਹਾਉ ਓਪਨ ਅਪ ਹੋ ਗਿਆ, ਉਹਨੇ ਗੱਲ ਕੀਤੀ, ਮੈਂ ਉਸਨੂੰ ਉੱਥੇ ਹੀ ਕਾਊਂਟਰ ਕੀਤਾ ਬਹੁਤ ਡਿਟੇਲ 'ਚ। ਆਈ ਈਵਨ ਕੈਨ ਨਾਟ ਐਕਚੁਅਲੀ ਡਿਸਕਸ ਔਨ ਦੈਟ ਲੈਵਲ ਵਿਚ ਐਜ਼ ਵੀ ਡਿਸਕਸ ਦੇਅਰ। ਉਹਨੂੰ ਥੋੜ੍ਹਾ ਅਹਿਸਾਸ ਹੋਇਆ, ਅਤੇ ਇਹ ਚੀਜ਼ਾਂ ਫਿਰ ਮੈਨੂੰ ਪਤਾ ਆ ਅਨਕੌਂਸ਼ੀਅਸ ਚਲੀਆਂ ਜਾਂਦੀਆਂ ਨੇ, ਕਿਉਂਕਿ ਜਿੱਥੇ ਬੀਜ ਆ ਰਿਹਾ ਉੱਥੇ ਹੀ ਉਹਨੂੰ ਨਾਸ ਕਰਨ ਵਾਲੀ ਬਾਤ ਵੀ ਜਾ ਰਹੀ ਹੈ। ਬੰਦਾ ਇਹੋ ਜਿਹੀ ਸੰਗਤ 'ਚ ਬੈਠੇ, ਇਹੋ ਜਿਹੇ ਖਿਆਲਾਂ ਦਾ ਆਦਾਨ ਪ੍ਰਦਾਨ ਕਰੇ, ਜੀਵਨ ਦੀ ਤਬਦੀਲੀ ਕਿਉਂ ਨਹੀਂ ਆਏਗੀ? ਬੰਦਾ ਆ ਸਿੱਖ ਲੈਂਦਾ, ਸਿੱਖਦਾ ਬੰਦਾ, ਬਦਲ ਜਾਂਦਾ ਬੰਦਾ। ਹਾਂ, ਕੁਝ ਮੈਮਰੀਜ਼ ਪਾਸਟ ਦੀਆਂ ਨੇ ਜਿਹੜੀਆਂ ਜ਼ੋਰ ਪਾ ਰਹੀਆਂ ਨੇ ਲਗਾਤਾਰ ਉਹਦੇ ਉੱਤੇ, ਪਰ ਉਹਨਾਂ ਮੈਮਰੀਜ਼ ਦਾ ਜਿਹੜਾ ਇੰਪੈਕਟ ਆ ਉਸ ਨੂੰ ਕਿਸੇ ਅਗਲੇ ਲੈਵਲ ਦੇ ਜਿਹੜਾ ਭਵਿੱਖਮੁਖੀ ਚੀਜ਼ਾਂ ਵਿਖਾ ਕੇ ਉਹਦਾ ਪ੍ਰਭਾਵ ਘਟਾਇਆ ਜਾ ਸਕਦਾ। ਲੌਂਗ ਰਨ ਦੇ ਵਿੱਚ ਹੋਏਗਾ ਕਿ ਜਿਹੜੀ ਮੈਮਰੀਜ਼ ਨੇ ਉਹ ਤਬਦੀਲੀ 'ਚ ਆਉਣਗੀਆਂ, ਬਦਲਾਅ ਵਿੱਚ ਆਉਣਗੀਆਂ। ਇਹ ਸਭ ਚੀਜ਼ਾਂ ਹੀ ਬੰਦੇ ਨੂੰ ਚੇਂਜ ਕਰਦੀਆਂ। ਸਾਧੂ ਸੰਗ ਇਹੀ ਹੈ ਜੋ ਅੱਜ ਅਸੀਂ ਸਤਸੰਗ ਵੀ ਕਰ ਰਹੇ ਹਾਂ ਨਾ। ਐਕਚੁਅਲੀ ਐਜੂਕੇਸ਼ਨਲ ਸਾਈਡ ਤੋਂ ਤਾਂ ਬਹੁਤ ਵਧੀਆ ਆ, ਪਰ ਸੌਰੀ ਟੂ ਸੇ ਇਹਦੇ 'ਚ ਗੋਸਟ ਨਹੀਂ ਹੈਗੀ। ਗੋਸਟ ਦਾ ਜਿਹੜਾ ਮਸਾਇਲ ਉਹ ਹੁੰਦਾ ਹੈ ਡਿਸਕਸ਼ਨ। ਇਹਦੇ 'ਚ
मैं एक होर बेनती करांगा, मैं तो ना जमन औखा, मैनूं तो एक चेटक भी लगी है गुरु साहब दे इस बाणी दे नाल, कोई शक नहीं इस रूप दे विच। ते दूसरा कुछ इहो जिहे माहौल दे मैं सोचदा कि इट्स रियली एक्चुअली ग्रेट कम्यूनिटी सर्विस वैन यू आर अर्निंग समथिंग, दैट्स अ गुड थिंग, बट एज वैल एज यू आर डूइंग समथिंग मीनिंगफुल, ये भी तुहानूं सैटिस्फाइड करदा है। अदरवाइज साडे कोल ना जिहड़ियां स्पिरिचुअल परसनैलिटीज़ ने, वी आर लैकिंग दैट, जिन्हां दे आले दुआले असीं बैठ के अपने अंदर दी दुनिया नूं, गुंजलदी हुई दुनिया दीयां गुंजलां कढ सकीए। ये भी साधु संगत एक वड्डा पार्ट है। जदों ये चीज़ नहीं होंदी तो फिर बंदा कित्थे जाएगा। आप इस तरह भी जानो कि देखो साधु एक किरदार भी है बंदे दे अंदर, कुदरत जो बख्श दी उस रूप दे साडे एक प्रोफैसर हुंदे सी यूनीवर्सिटी दे विच, तो बाय चांस उन्होंने पढ़ाउणा तो घट, उन्होंने मतलब जिहड़ी किताब है बुक पढ़ाउणी वो तो बड़ी घट पढ़ाउणी, उन्हें कहना ये तुसीं आप भी पढ़ लैनी है, यू नो, यू आर हेयर टू गैट नॉलेज ऑफ लाइफ, दैट्स वाई यू आर हेयर, लाइफ नॉलेज आई विल गिव यू, दैट्स वाई वी आर इन कॉलेज, कॉलेज ब्रिंग्स लाइफ नॉलेज। उन्हें इस किस्म के नाल गल्लां करनियां, तो उन्हें गलबात की, तो उन्हें दसना कि ओके तुसीं जे गल करदे हो, तुहाडा फ्रेंड तुहानूं एडवाइस करदा उस गल दे बदले दे विच, मन के चलो उहदा इंटरस्ट की है इस गल कहण दे विच, उहदा सैल्फ इंटरस्ट डिटैक्ट करो पहलां। वो तुहानूं बुरा बना के फसा के तुहानूं किते करके हसेगा, खुश होएगा, अपने आप नूं चंगा अखवासेगा, तुहानूं बुरा बना के, या कि उहदा इंटरस्ट की है देखो पहलां। अवेयर करना किसी चीज़ बारे, किसी कर्म, किसी अमल, किसी सोच बारे, ये सारा कुछ कोई नॉन बायस्ड बंदा जिहड़ा सब दी वैलबींग दा धारनी होए, उहो जिहा बंदे सोचेगा। ਇਹਦੀ ਜਿਹੜੀ बात महाराज ਕਹਿੰਦੇ, ਇਹ ਜਿਹੜੀ चीज़ आ, मैल खोई कोट अग हरे निर्मल भय चीता, फिर चित मैल रहत भी हो सकता है। चित मैल रहत हो जाना जिथे अदरवाइज साडी चितवनी, जो पहले मैं बिनती की कि जिहड़ा मैल निर्मल मैल रहत एक ख्यालों की दुनिया है, सोचां की दुनिया है, जिथे सोच विच माड़ी जी भी मैल आ गई उत्थे ईर्खा भी आएगी, उत्थे तृष्णा भी आएगी, उत्थे होर जे डीप लैवल ते जाओगे क्रोधावृत्ति आएगी, होर डीप लैवल ते चले जाओगे तो बंदे दे अंदर एक हिंसक प्रवृत्ति, पशु प्रवृत्ति भी आएगी। ये सारी मैल ਇਹਦੇ ਵਿੱਚੋਂ ही समाजां ਦੇ ਵਿੱਚ ਤੁਸੀਂ ਪਰਿਵਾਰਾਂ ਤੋਂ ਲੈ ਕੇ डीप लैवल ਤੇ समाजां तक चीज़ां देख ਲੈਂਦੇ ਹੋ ਸਾਰੇ ਦੀਆਂ ਸਾਰੀਆਂ। महाराज ਕਹਿੰਦੇ ਸਾਰਿਆਂ ਨੂੰ काउंटर ਕਰਨ ਦਾ तरीका महिमा साधु संग की, साधु संग की महिमा, साधु संग नाल जोड़ो भाई, ਉਹਦੇ ਵਿੱਚੋਂ है। ਰੈਸਟ ਆਫ शब्द ਜਿਹੜਾ है ਇਹਦੀਆਂ ਕੁਝ ਹੋਰ स्तुतिज़ मतलब स्तुतियाँ मतलब तरीफां ਜਿਹਨੂੰ कह लो कि ग्लोरीज ਉਹ ਪ੍ਰੈਜ਼ੈਂਟ ਕਰਦਾ ਆ कि ਜਿਹਦੇ बड़े कमाल के मैटाफोर्स ने जिन्हों आउंदे कल डिस्कस करने का यतन करांगे। अज वास्ते समा समाप्त आ, इत्थे समाप्ति कर देने, आवाज़ दे के कह देना जी वाहिगुरू जी का खालसा वाहिगुरू जी की फतेह।